चक्र चिन्ह अर बरन जात, हर पात निहिन जहे। रूप रंग अर रेख पेख, को कह न सकत केहे। चल मूरत अनपव प्रकाश, अमित तोज कहजै। कोट इंद्रेंद्रान, साहे साहान गिनिजै। तिर पवन महीप स्वर नर असुर, नेत नेत बन तिरन कहत। त्वै सर्वनाम कथय कवन, कर्म नाम वर्णत समत। अस कृपान खंडो खड़ग, तब कृतवरि हरती। सैफ सरोही सहथी, जह हमारे पीर। तीर तुही सैथी तुही, तुही तबर तरवार। नाम तिहारो जो जपै, पै सिंध पव पार। काल तुही काली तुही, तुही तेग अरती। तुही निशानी जीत की, आज तुही जगबीर। खड्ग केत मैं शरण तिहारी, आप हाथ दे लिहो उबारी। सर्व ठाउर मोह सुहाई, दुष्ट दोख ते लिहो बुचाई। नमस्कार श्री खड्ग को, करो सुहित चित लाय। पूर्ण करो ग्रंथ हे, तुम करो सहाय। मुकुचरै शास्त्र खट, पिंग गिरन चढ़ जाय। अंध लखै बदरो सुनै, जो काल कृपा कराय। कहाँ बुद्ध प्रभ तुझ हमारी, वरन सकै महिमा जो तिहारी। हम न सकत कर सिफत तुम्हारी, आप लिहो तुम कथा सुधारी। हम न सकत कर सिफत तुम्हारी, आप लिहो तुम कथा सुधारी। वाहेगुरु साहिब जीओ। अथ परशुराम अवतार कथनं। श्री भगवती जी सहाय। चौपई। पुन के तिक दिन भये बितीता, शत्रन सकल धरा कह जीता। अधक जगत मह ऊच जनायो,
ਬਾਸਵ ਬਲ ਕਹੂੰ ਲੇਨ ਨ ਪਾਇਓ। ਅਥ ਪਰਸਰਾਮ ਅਵਤਾਰ ਕਥਨੰ ਸ੍ਰੀ ਭਗਉਤੀ ਜੀ ਸਹਾਇ। ਚੌਪਈ ਪੁਨ ਕੇ ਤਿਕ ਦਿਨ ਭਏ ਬਤੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਮਹਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਰਾਹੀਂ ਉਚਾਰਨ ਕੀਤੀ ਮਹਾਨ ਪਵਿੱਤਰ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜੋ ਲੜੀਵਾਰ ਰੂਪ ਵਿੱਚ ਚੱਲ ਰਹੀ ਹੈ। ਪੁਰਾਣਾਂ ਦੇ ਵਿੱਚ ਜਿਵੇਂ ਵਿਸ਼ਨੂੰ ਭਗਵਾਨ ਨੇ 24 ਅਵਤਾਰ ਧਾਰਨ ਕੀਤੇ ਨੇ, ਉਹਦਾ ਅਲਥਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਾਵਿ ਦੇ ਨਿਯਮਾਂ ਵਿੱਚ ਲਿਆ ਕੇ ਆਪਣੇ ਮੁਖਾਰਬਿੰਦ ਰਾਹੀਂ ਬਾਣੀ ਦੁਆਰਾ ਸਾਰਾ ਉਚਾਰਨ ਕਰ ਦਿੱਤਾ ਹੈ, ਉਹਦਾ ਲੱਥਾ ਕਰ ਦਿੱਤਾ ਹੈ। ਉਹ ਕੁਝ ਨਾ ਜੋ ਆਪਾਂ ਵਿਚਾਰਾਂ ਕਰ ਰਹੇ ਹਾਂ। ਕੱਲ ਦੇ ਦੀਵਾਨ ਵਿੱਚ ਜਿਸ ਤਰ੍ਹਾਂ ਇਹ 8ਵਾਂ ਅਵਤਾਰ ਉਹ ਬੰਦਾ ਹੋਇਆ ਸੀ ਬਲਰਾਜੇ ਨੂੰ ਛੱਡਣ ਵਾਸਤੇ, ਪਤਾਲ ਵਿੱਚ ਭੇਜਣ ਵਾਸਤੇ। ਉਹ ਵਿਸਥਾਰ ਨਾਲ ਆਪਾਂ ਸਾਰਾ ਪੜ੍ਹ ਸੁਣ ਲਿਆ ਸੀ। ਇਸ ਤੋਂ ਉਪਰੰਤ ਇਸ ਸੰਸਾਰ ਦੇ ਵਿੱਚ ਜਿਹੜਾ 9ਵਾਂ ਅਵਤਾਰ ਭਗਵਾਨ ਵਿਸ਼ਨੂੰ ਦਾ ਪਰਸਰਾਮ ਹੋਇਆ ਸੀ, ਉਹ ਪੁਰਾਣਾ ਵਿੱਚ ਜਿਵੇਂ ਪ੍ਰਸੰਗ ਆਉਂਦਾ ਉਹਦਾ ਅਲਥ ਆਪਣੀ ਬਾਣੀ ਦੁਆਰਾ ਜਿਵੇਂ ਸਤਿਗੁਰੂ ਨੇ ਕੀਤਾ ਹੈ, ਉਹ ਪ੍ਰਾਰੰਭ ਹੋ ਰਹੀ ਹੈ ਪਵਿੱਤਰ ਬਾਣੀ। ਜਿਵੇਂ ਕਿ ਗੁਰੂ ਕਲਗੀਧਰ ਜੀ ਇਹ ਸਾਰਾ ਪ੍ਰਸੰਗ ਲੈ ਕੇ ਸਾਨੂੰ ਬਖਸ਼ ਰਹੇ ਹੈ, ਆਪਾਂ ਮਨ ਲਾ ਕੇ ਸੁਣੀਏ ਜੀ। ਅਥ ਪਰਸਰਾਮ ਅਵਤਾਰ ਕਥਨੰ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਰਾਹੀਂ ਖਾਲਸੇ ਪੰਥ ਨੂੰ ਸੰਬੋਧਨ ਕਰਕੇ ਕਹਿੰਦੇ ਕਿ ਹੁਣ ਭਾਈ, ਜਿਵੇਂ ਸੰਸਾਰ ਦੇ ਵਿੱਚ ਵਿਸ਼ਨੂੰ ਭਗਵਾਨ ਦਾ ਅਵਤਾਰ ਪਰਸਰਾਮ ਹੋਇਆ, ਉਹਦਾ ਜਿਹੜਾ ਪ੍ਰਸੰਗ ਹੈ ਅਸੀਂ ਕਥਨ ਕਰਦੇ ਹਾਂ। ਉਹ ਪ੍ਰਸੰਗ ਕਹਿੰਦੇ ਹਾਂ ਸ੍ਰੀ ਭਗਉਤੀ ਜੀ ਸਹਾਇ। ਸਵਾਏ ਮਾਨ ਜੋ ਖਟ ਭਗਾਸਵਨ ਪਰਮੇਸ਼ਰ ਜੀ ਹਨ, ਉਹ ਸਾਡੇ ਸਹਾਇਕ ਹੋਣ, ਸਹਾਈ ਹੋਵਣ। ਚੌਪਈ ਪੁਨ ਕੇ ਤਿਕ ਦਿਨ ਭਏ ਬਤੀਤਾ। ਕਹਿੰਦੇ ਇਸ ਤਰ੍ਹਾਂ ਜਿਹੜਾ 52 ਅਵਤਾਰ ਧਾਰੇ ਤੋਂ ਬਾਅਦ ਜਦੋਂ ਕੁਝ ਕੁ ਦਿਨ ਹੋਰ ਬੀਤ ਗਏ, ਕੁਝ ਕੁ ਦਿਨ ਹੋਰ ਲੰਘ ਗਏ। ਛਤਰਨ ਸਕਲ ਧਰਾ ਕਹੁ ਜੀਤਾ। ਜਿੰਨੇ ਛਤਰੀ ਹੈ ਉਹਨਾਂ ਨੇ ਸਾਰੀ ਧਰਤੀ ਨੂੰ ਕਹਿੰਦੇ ਜਿੱਤ ਲਿਆ, ਔਰ ਹਰ ਪਾਸੇ ਛਤਰੀ ਰਾਜੇ ਹੀ ਆਪਣੀ ਹਕੂਮਤ ਕਾਇਮ ਕਰਕੇ ਬੈਠ ਗਏ ਹਨ। ਅਦਕ ਜਗਤ ਮਹਿ ਊਚ ਜਨਾਇਓ। ਇਹ ਛਤਰੀਆਂ ਨੇ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਅਦਕ ਊਚ, ਬਹੁਤਾ ਉੱਚਾ, ਮਹਾਨ ਹੀ ਮਹਾਨ ਜਨਾਇਆ। ਵੀ ਸਾਡੇ ਵਰਗਾ ਕੋਈ ਖੱਤਰੀ ਛਤਰੀ ਨਹੀਂ ਹੈਗਾ, ਬਾਕੀ ਤਾਂ ਐਵੇਂ 84 ਫਿਰਦੀ ਹੈ, ਐਵੇਂ ਲੰਡੀ ਬੁੱਚੀ ਫਿਰ ਰਹੀ ਹੈ। ਬਾਸਵ ਬਲ ਕਹੂੰ ਲੇਨ ਨ ਪਾਇਓ। ਹਾਂ, ਇਸ ਤਰ੍ਹਾਂ ਕਹਿੰਦੇ ਜਦੋਂ ਅਸੀਂ ਮਾਨ ਹੈ
ਕਿ ਸਾਨੂੰ ਸਭ ਕੁਝ ਦੇਵੇ ਤੇ ਅਸੀਂ ਕਿਸੇ ਨੂੰ ਕਿਉਂ ਦਈਏ, ਕਿਸੇ ਨੂੰ ਕਿਉਂ ਪੂਜੀਏ। ਇਸ ਕਰਕੇ ਕਹਿੰਦੇ ਜਿਹੜਾ ਇੰਦਰ ਹੈ ਉਹਨੇ ਕਿਸੇ ਛਤਰੀ ਪਾਸੋਂ ਜਿਹੜੀ ਬਲੀ ਲੈਣਾ ਨਹੀਂ ਪਾਈ ਹੈ। ਆਹ ਕੋਈ ਵੀ ਛਤਰੀ ਕਿਸੇ ਦੇਵਤੇ ਦੀ ਉਹ ਪੂਜਾ ਨਹੀਂ ਕਰਦਾ, ਨਾ ਕਿਸੇ ਦੇਵਤੇ ਦਾ ਨਾਂ ਲੈ ਕੇ ਉਹਦੇ ਉੱਪਰ ਕਿਸੇ ਪਸ਼ੂ ਦੀ, ਬੱਕਰੇ, ਛਤਰੇ ਦੀ ਕੋਈ ਬਲੀ ਦਿੰਦਾ। ਇਸ ਤਰ੍ਹਾਂ ਇੰਦਰ ਨੇ ਕਿਸੇ ਪਾਸੋਂ ਵੀ ਕਹਿੰਦੇ ਬਲੀ ਲੈਣਾ ਨਹੀਂ ਪਾਈ ਹੈ। ਚੌਪਈ ਵਿਆਕੁਲ ਸਕਲ ਦੇਵਤਾ ਭਏ। ਜਿੰਨੇ 33 ਕਰੋੜ ਦੇਵਤੇ ਹੈ ਸਾਰੇ ਬਹੁਤ ਹੀ ਵਿਆਕੁਲ ਹੋ ਗਏ, ਘਬਰਾਹਟ ਵਿੱਚ ਹੀ ਆ ਗਏ ਹਨ। ਮਿਲ ਕਰ ਸਭ ਬਾਸਵ ਪੈ ਗਏ। ਮਹਾਰਾਜ ਕਹਿੰਦੇ ਇੱਕ ਦਿਨ ਸਾਰੇ ਮਿਲ ਜੁਲ ਕੇ ਦੇਵਤੇ ਆਪਣੇ ਰਾਜਾ ਇੰਦਰ ਕੋਲੇ ਚਲੇ ਗਏ ਹਨ। ਛਤਰੀ ਰੂਪ ਧਰੇ ਸਭ ਅਸੁਰਨ। ਜਾ ਕੇ ਦੇਵਤੇ ਕਹਿਣ ਲੱਗੇ, ਹੇ ਇੰਦਰ ਰਾਜਾ ਜੀ ਕੀ ਦਸੀਏ, ਧਰਤੀ ਉੱਪਰ ਜਿੰਨੇ ਛਤਰੀ ਹੈ ਉਹ ਸਾਰਿਆਂ ਨੇ ਕਹਿੰਦੇ ਦੈਂਤਾਂ ਦਾ, ਰਾਖਸ਼ਾਂ ਦਾ ਰੂਪ ਹੀ ਧਾਰਨ ਕਰ ਰਿਹਾ। ਜਿਵੇਂ ਦੈਂਤ ਸਾਡੇ ਨਾਲ ਬੈਰ ਕਰਦੇ ਹੈ, ਸਾਨੂੰ ਨਹੀਂ ਮੰਨਦੇ, ਪੂਜਦੇ। ਅੱਜ ਦੇ ਸਮੇਂ ਹੁਣ ਛਤਰੀ ਵੀ ਦੈਂਤਾਂ ਵਰਗੇ ਹੋਏ, ਸਾਨੂੰ ਨਹੀਂ ਕੋਈ ਮੱਥਾ ਟੇਕਦਾ, ਸਾਨੂੰ ਨਹੀਂ ਕੋਈ ਬਲੀ ਬੁਲੀ ਦਿੰਦਾ ਹੈ। ਆਵਤ ਕਹਾ ਭੂਪ ਤੁਮਰੇ ਮਨ। ਇੰਦਰ ਰਾਜਾ ਜੀ ਤੁਸੀਂ ਸਾਡੇ ਮਾਲਕ ਹੋ, ਤੁਹਾਡੇ ਮਨ ਵਿੱਚ ਭਲਾ ਕੀ ਆਉਂਦਾ ਹੈ, ਕੀ ਖਿਆਲ ਆਉਂਦਾ ਹੈ? ਸਭ ਦੇਵਨ ਮਿਲ ਕਰਿਓ ਵਿਚਾਰਾ। ਸਾਰੇ ਦੇਵਤਿਆਂ ਨਾਲ ਮਿਲ ਕਰਕੇ ਫਿਰ ਇਸ ਤਰ੍ਹਾਂ ਇੰਦਰ ਨੇ ਵਿਚਾਰ ਕੀਤਾ ਵੀ ਆਪਾਂ ਖੀਰ ਸਮੁੰਦਰ ਜਿੱਥੇ ਭਗਵਾਨ ਸ਼ੇਸ਼ਨਾਗ ਦੀ ਸੇਜਾ ਤੇ ਵਿਰਾਜਦਾ ਹੈ ਉੱਥੇ ਆਪਾਂ ਚੱਲੀਏ। ਵਿਚਾਰ ਕੀਤਾ ਹੈ। ਸ਼ੀਰ ਸਮੁੰਦਰ ਕਹ ਚੱਲੇ ਸੁਧਾਰਾ। ਬਣਾ ਸਵਾਰ ਕੇ ਫੇਰ ਪੁਕਾਰ ਫਰਿਆਦ ਕਰਨ ਲਈ ਜਿੱਥੇ ਉਹ ਖੀਰ ਸਮੁੰਦਰ ਹੈ, ਦੁੱਧ ਦਾ ਸਮੁੰਦਰ ਹੈ, ਉਧਰ ਨੂੰ ਚੱਲੇ ਹਨ। ਕਾਲ ਪੁਰਖ ਕੀ ਕਰੀ ਵਡਾਈ। ਖੀਰ ਸਮੁੰਦਰ ਕੋਲ ਜਾ ਕੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਸਾਰਿਆਂ ਦੇਵਤਿਆਂ ਨੇ ਮਿਲ ਕੇ ਉਹਦੀ ਵਡਿਆਈ ਉਸਤੀ ਕੀਤੀ ਹੈ। ਇਮ ਆਗਿਆ ਤਹਤੇ ਤਿੰਨ ਆਈ। ਉਹ ਅਕਾਲ ਪੁਰਖ ਵੱਲੋਂ ਫਿਰ ਇਸ ਤਰ੍ਹਾਂ ਦੀ ਕਹਿੰਦੇ ਆਗਿਆ ਆਈ, ਆਗਿਆ ਹੋਈ। ਚੌਪਈ ਦਿਜ ਜਮ ਦਗਨ ਜਗਤ ਮੋਹ ਸੋਹਤ। ਵਿਸ਼ਨੂੰ ਭਗਵਾਨ ਨੂੰ ਜੇ ਸ਼ੇਸ਼ਨਾਗ ਦੀ ਉੱਪਰ ਸੁੱਤਾ ਹੋਇਆ ਸੀ ਜਾਤੇ, ਉਸਨੂੰ ਅਕਾਲ ਪੁਰਖ ਵੱਲੋਂ ਇਹ ਆਗਿਆ ਹੋਈ ਹੈ। ਦੇ ਜਮ ਦਗਨ ਜਗਤ ਮੋਹ ਸੋਹਤ। ਅੱਜ ਦੇ ਸਮੇਂ ਜਿਹੜਾ ਬ੍ਰਾਹਮਣ ਜਮ ਦਗਨ ਲਿਖੀ ਹੈ ਉਹ ਬੜਾ ਚੰਗਾ ਸੋ ਰਿਹਾ ਹੈ, ਬੜਾ ਸਜ ਵਰਿਆ ਹੈ। ਨਿਤ ਉਠ ਕਰਤ ਅਗਨ ਓਗਨ ਹਤ। ਜਿਹੜਾ ਜਮ ਦਗਨ ਲਿਖੀ ਹੈ ਹਮੇਸ਼ਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿਕ ਦੀ ਕਿਰਿਆ ਕਰਕੇ ਭਜਨ ਪਾਠ ਕਰਕੇ ਸਮੂਹ ਪਾਪਾਂ ਨੂੰ ਨਾਸ਼ ਕਰਦਾ ਹੈ। ਤਹ ਤੁਮ ਧਾਰੋ ਵਿਸ਼ਨ ਅਵਤਾਰਾ। ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਵੀ ਹੇ ਵਿਸ਼ਨੂੰ ਤੂੰ ਉਹਦੇ ਘਰ ਦੇ ਵਿੱਚ ਜਾ ਕੇ ਅਵਤਾਰ ਧਾਰਨ ਕਰ। ਹਨ ਹੋ ਸਕਰ ਤੇ ਸਤਰ ਸੁਧਾਰਾ। ਜਿੰਨੇ ਇੰਦਰ ਦੇਵਤੇ ਰਾਜਾ ਦੇ ਬੈਰੀ ਬਣੇ ਬੈਠੇ ਆ ਨਾ ਛਤਰੀ, ਸਾਰੇ ਕਹਿੰਦੇ ਬੋਣਾ ਸਵਾਰ ਕੇ ਇਹਨਾਂ ਨੂੰ ਮਾਰਦੇ, ਖਤਮ ਕਰਦੇ। ਭੁਜੰਗ ਪਰਿਆਤ ਛੰਦ ਜਯੋ ਜਮ ਦਗਨੰ ਦਿਜੰ ਆਵਤਾਰੀ। ਇਸ ਤਰ੍ਹਾਂ ਕਹਿੰਦੇ ਅਕਾਲ ਪੁਰਖ ਦੀ ਆਗਿਆ ਮੰਨ ਕੇ ਜਿਹੜਾ ਵਿਸ਼ਨੂੰ ਭਗਵਾਨ ਹੈ ਉਹ ਜਮਦਗਨ ਰਿਸ਼ੀ ਦੇ ਘਰ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਬ੍ਰਾਹਮਣ ਦੇ ਅਵਤਾਰ ਹੋਇਆ, ਪਰਸ਼ੁਰਾਮ ਦੇ ਅਵਤਾਰ ਰੂਪ ਵਿੱਚ ਪ੍ਰਗਟ ਹੋ ਗਿਆ। ਭਇਓ ਰੇਣਕਾ ਤੇ ਕਵਾਚੀ ਕੁਠਾਰੀ। ਆਏ ਜਮਦਗਨ ਰਿਸ਼ੀ ਦੇ ਘਰ ਵਾਲੀ ਦਾ ਨਾਮ ਸੀ ਰੇਣਕਾ। ਕਹਿੰਦੇ ਰੇਣਕਾ ਦੇ ਪੇੜ ਤੋਂ ਇਹ ਛਤਰੀਆਂ ਲਈ ਜਿਹੜਾ ਇਹ ਪਰਸ਼ੁਰਾਮ ਲੜਕਾ ਹੈ, ਕਵਾਚੀ ਸੰਜੋਗ ਧਾਰਨ ਵਾਲਾ,
ते अपने हाथ विच कुठारी की बड़ा भारी घोड़ा रखण वाला पैदा हो गया है। ਧਰਿਓ ਛਤਰੀਆ ਪਾਤ ਕੋ ਕਾਲ ਰੂਪੰ। ਮਹਾਰਾਜ ਕਹਿੰਦੇ ਹੈ ਖਾਲਸਾ ਜੀ, ਮਾਨੋ ਕਹਿੰਦੇ ਛਤਰੀਆਂ ਨੂੰ ਨਾਸ਼ ਕਰਨ ਵਾਸਤੇ ਇਹ ਜਿਹੜਾ ਪਰਸ਼ੁਰਾਮ ਇਹਨੇ ਕਾਲ ਦਾ ਰੂਪ ਹੀ ਧਾਰਨ ਕਰ ਲਿਆ। ਮਾਨੋ ਕਹਿੰਦੇ ਕਾਲ ਰੂਪ ਹੋ ਕੇ ਜੰਮ ਪਿਆ ਹੈ। ਹਨਿਓ ਜਾਇ ਜਉਨੇ ਸਹੰਸਰਾ ਸਰਤ ਭੂਪੰ। ਇਸ ਪਰਸ਼ੁਰਾਮ ਨੇ ਫਿਰ ਜਾ ਕੇ ਜਿਹੜਾ ਇਹ ਛਤਰੀਆਂ ਖਤਰੀਆਂ ਦਾ ਸਭ ਤੋਂ ਵੱਡਾ ਰਾਜਾ ਸਹੰਸਰ ਬਾਹੂ ਸੀ, ਉਹਨੂੰ ਮਾਰਿਆ ਸੀ। ਹੁਣ ਤਾਂ ਇਹਦਾ ਨਾਂ ਉਹ ਕਾਰਤਕ ਵੀਰ ਅਰਜਨ ਸੀ ਤੇ ਉਪਨਾਮ ਇਹਦਾ ਸਹੰਸਰ ਬਾਹੂ ਵੀ। ਹਜ਼ਾਰਾਂ ਬਾਹਾਂ ਵਾਲਾ, ਬਹੁਤੀਆਂ ਫੌਜਾਂ ਵਾਲਾ, ਬਹੁਤਾ ਤਕੜਾ। ਉਂਝ ਨਾ ਇਹਦਾ ਕਾਰਤਕ ਵੀਰ ਅਰਜਨ ਸੀ। ਸੋ ਇਹ ਕਹਿੰਦੇ ਜਿਸਨੇ ਸਹੰਸਰ ਬਾਹੂ ਆਪਣੇ ਬੈਰੀ ਰਾਜੇ ਨੂੰ, ਜਿਹਨੇ ਪਿਓ ਨੂੰ ਮਾਰਿਆ, ਜਗਨ ਨੂੰ ਮਾਰਿਆ ਸੀ, ਕਹਿੰਦੇ ਉਹਨੂੰ ਜਾ ਕੇ ਇਹਨੇ ਮਾਰਿਆ ਸੀ। ਭੁਜੰਗ ਕਹਾ ਗਮ ਏਤੀ ਕਥਾ ਸਰਬ ਭਾਖੋ। ਮਹਾਰਾਜ ਕਹਿੰਦੇ ਆ ਨਿਮਰਤਾ ਨਾਲ, ਕਹਿੰਦੇ ਸਾਡੇ ਵਿੱਚ ਇਤਨੀ ਕਿਤੇ ਗਮ, ਕਿੰਨੀ ਕਿਤੇ ਗਮਤ ਹੈ, ਕਿਤੇ ਇੰਨੀ ਪਹੁੰਚ ਹੈ ਵੀ ਸਾਰੀ ਕਥਾ ਇਹ ਛਤਰੀਆਂ ਦੀ, ਪਰਸ਼ੁਰਾਮ ਦੀ, ਜੋ ਦਗਨ ਲਿਖੀ ਦੀ ਵੀ ਮੈਂ ਕਹਿ ਦੇਵਾਂ। ਕਥਾ ਬ੍ਰਿਧ ਤੇ ਥੋਰੀਆ ਬਾਤ ਰਾਖੋ। ਕਹਿੰਦੇ ਬਹੁਤ ਵੱਡੀ ਇਹ ਕਥਾ, ਲੰਮੀ ਚੌੜੀ ਹੈ, ਇਸ ਕਰਕੇ ਥੋੜੀ ਜੀ ਗੱਲਬਾਤ ਹੀ, ਸਿਰਫ ਥੋੜੀ ਜੀ ਕਥਾ ਇੱਥੇ ਕਹਿੰਦੇ ਹਾਂ। ਭਰੇ ਗਰਭ ਛਤਰੀ ਨਰੇਸ਼ੰ ਅਪਾਰੰ। ਜਿੰਨੇ ਛਤਰੀ ਖਤਰੀ ਰਾਜਿਓ ਬਿਆੰਤ ਕਹਿੰਦੇ ਹੰਕਾਰ ਵਿੱਚ ਭਰੇ ਹੋਏ ਹੈ। ਤਿਨੈ ਨਾਸ ਕੋ ਪਾਨ ਧਾਰਿਓ ਕੁਠਾਰੰ। ਉਹਨਾਂ ਨੂੰ ਨਾਸ਼ ਕਰਨ ਵਾਸਤੇ, ਮਾਰਨ ਵਾਸਤੇ ਪਰਸ਼ੁਰਾਮ ਨੇ ਆਪਣੇ ਹੱਥਾਂ ਵਿੱਚ ਕੁਹਾੜਾ ਕਹਿੰਦੇ ਧਾਰਿਓ ਕੀ ਇਹ ਫੜ ਲਿਆ ਹੈ। ਭੁਜੰਗ ਹੁਤੀ ਨੰਦਨੀ ਸਿੰਧ ਜਾ ਕੀ ਸਪੁੱਤਰੀ। ਉਹ ਕਿੱਥੋਂ ਜੰਗ ਯੁੱਧ ਹੋਇਆ ਹੈ, ਕੁਹਾੜਾ ਕਿੱਥੋਂ ਪਿਆ ਹੈ, ਉਹ ਥੋੜਾ ਜਿਹਾ ਕਾਰਨ ਦੱਸੇ ਮਹਾਰਾਜ। ਕਹਿੰਦੇ ਹੁਤੀ ਨੰਦਨੀ ਸਿੰਧ ਜਾ ਸਪੁੱਤਰੀ। ਹੁਤੀ ਨੰਦਨੀ ਸਿੰਧ ਜਾ ਕੀ ਸਪੁੱਤਰੀ। ਸਿੰਧ ਜਾ ਕੀ, ਸਿੰਧ ਦੇ ਵਿੱਚ, ਸਮੁੰਦਰ ਦੇ ਵਿੱਚੋਂ ਜਾ ਪੈਦਾ ਹੋਣ ਵਾਲੀ, ਉਹ ਕੀ ਕਾਮਧੇਨ ਗਊ, ਉਹਦੀ ਕਹਿੰਦੇ ਸਪੁੱਤਰੀ ਇੱਕ ਨੰਦਨੀ ਨਾਮ ਦੀ ਸੀ। ਹਾਂ, ਕਾਮਧੇਨ ਗਊ ਦੀ ਇੱਕ ਨੰਦਨੀ ਨਾਮ ਦੀ ਸਪੁੱਤਰੀ ਸੀ। ਤਿਸਾ ਮੰਗ ਹਾਰਿਓ ਸਹੰਸਾ ਸਰਤ ਛਤਰੀ। ਵੀ ਉਹ ਜਿਹੜੀ ਨੰਦਨੀ ਨਾਮ ਦੀ ਪੁੱਤਰੀ ਸੀ ਗਊ ਰੂਪ ਦੇ ਵਿੱਚ, ਜਿਹੜਾ ਸਹੰਸਰ ਬਾਹੂ ਹੈ ਰਾਜਾ, ਉਹ ਜਵਨ ਦਗਨ ਰਿਖੀ ਦੇ ਪਾਸੋਂ ਕਹਿੰਦੇ ਮੰਗ ਕੇ ਹਾਰ ਗਿਆ ਹੈ। ਪਿੱਛੇ ਪ੍ਰਸੰਗ ਆਇਆ ਹੀ ਹੈ ਨਾ, ਜੋ ਜਵਨ ਰਿਖੀ ਨੇ ਬਾਰ ਰੇਣਕਾ ਦੇ ਉਹ ਪ੍ਰੇਰਨ ਕਰਕੇ ਫਿਰ ਇਸ ਸਹੰਸਰ ਬਾਹੀ ਦੀ ਫੌਜ ਨੂੰ ਕਾਮਧੇਨ ਗਊ ਮੰਗਾ ਕੇ ਵੀ ਉਹ 36 ਪ੍ਰਕਾਰ ਦੇ ਭੋਜਨ ਛਕਾਏ ਸੀ। ਉਹਨੂੰ ਮਨ ਵਿੱਚ ਭੁਲੇਖਾ ਜਿਹਾ ਪਿਆ ਵੀ ਇਹ ਛੰਨ ਜੀ ਇਹਦੇ ਵਿੱਚ ਕੀ ਹੈ, ਇੰਨੇ ਪ੍ਰਬੰਧ ਹੋ ਰਿਹਾ ਹੈ, ਇਹਨਾਂ ਤਾਂ ਮੈਂ ਵੀ ਰਾਜਾ ਹੁੰਦਾ ਨਹੀਂ ਕਰਾ ਸਕਦਾ, ਇਹ ਜੰਗਲ ਵਿੱਚ ਬੈਠੇ। ਉਹ ਜਵਨ ਦਗਨ ਰਿਖੀ ਤੋਂ ਪੁੱਛਿਆ ਸੀ ਵੀ ਇਹ ਕਿਵੇਂ ਪ੍ਰਬੰਧ ਹੋ ਰਿਹਾ, ਇਹ ਕੀ ਹੈ ਇਹ ਛਪਰੀ ਵਿੱਚ। ਉਹ ਕਹਿਣ ਲੱਗਾ ਵੀ ਰਿਖੀਆਂ ਦੇ ਪਰਦੇ ਨਹੀਂ ਫਰੋਈ ਰਹੇ ਹੁੰਦੇ, ਪਰ ਇਹਨੇ ਮੰਨਿਆ, ਜ਼ਬਰਦਸਤੀ ਅੰਦਰ ਧਸ ਗਿਆ। ਰਾਜਾ ਸੀ, ਦੇਖਿਆ ਗਊ ਖੜੋਤੀ ਹੈ, ਕਹਿੰਦਾ ਵੀ ਇਹ ਕਹਿੰਦੇ ਸਵਰਗ ਦੀ ਕਾਮਧੇਨ ਗਊ ਹੈ, ਇਹ ਰਿਖੀਆਂ ਮੋਨੀਆਂ ਵਾਸਤੇ ਪਰਮੇਸ਼ਰ ਨੇ ਨੀਅਤ ਕੀਤੀ ਹੈ।
ਜਦੋਂ ਲੋੜ ਹੁੰਦੀ ਹੈ ਪਰਮੇਸ਼ਰ ਅੱਗੇ ਬੇਨਤੀਆਂ ਕਰਕੇ ਉਹ ਮੰਗਾ ਲੈਂਦੇ ਹੈ। ਇਹ 36 ਪ੍ਰਕਾਰ ਦੇ ਭੋਜਨ ਇਹ ਜਦੋਂ ਕੋਈ ਰਖੀ ਕਾਮਨਾ ਕਰੇ ਇੱਛਾ ਕਰੇ ਉਹ ਦੇ ਦਿੰਦੀ ਹੈ, ਪੈਦਾ ਕਰ ਦਿੰਦੀ ਹੈ। ਫਿਰ ਇਹਨੇ ਮੰਗ ਕਰ ਲਈ ਸੀ ਵੀ ਇਹ ਮੈਨੂੰ ਦੇ। ਮੇਰੇ ਕੋਲ ਬੜੀਆਂ ਫੌਜਾਂ ਹੈ, ਕਈ ਵਾਰੀ ਬਾਹਰ ਅੰਦਰ ਜਾਣਾ ਪੈਂਦਾ ਹੈ। ਉਹ ਸਵੇਰੇ ਝਟਪਟ ਲੰਗਰ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ, ਗਊ ਹੋਊਗੀ ਇਹ ਹੋ ਜਾਇਆ ਕਰੇਗਾ। ਕਹਿਣ ਲੱਗਿਆ ਵੀ ਇਹ ਤਾਂ ਪਰਮੇਸ਼ਰ ਨੇ ਲਿਖਿਆ ਲਈ ਕੀਤੀ ਹੈ। ਕਹਿਣ ਲੱਗਿਆ ਨਹੀਂ ਮੈਂ ਲੈਣਾ ਹੈ। ਉਹ ਨਾ ਕਹਿੰਦਾ ਵੀ ਲੈਣਾ ਹੈ। ਹਾਂ ਮੰਗ ਕੇ ਹਾਰ ਗਿਆ ਏ ਸੰਸਰ ਬਾਹੂ ਲਿਓ ਛੀਨ ਗਾਇੰ ਹਤਿਓ ਰਾਮ ਤਾਤੰ। ਅਖੀਰੀ ਕਹਿੰਦੇ ਜਿਹੜੀ ਗਊ ਮੱਲੋ ਮੱਲੀ ਖੋਲੀ ਸੀ ਇਸਨੇ ਔਰ ਹੱਥਾਂ ਵਿੱਚ ਤਾਂ ਆਈ ਨਹੀਂ ਸੀ। ਉਹ ਆਕਾਸ਼ ਨੂੰ ਉੱਡ ਗਈ, ਸਵਰਗਾਂ ਨੂੰ ਚਲੀ ਗਈ ਸੀ। ਕਹਿੰਦੇ ਉਹ ਸਵੇਰੇ ਸੰਸਰ ਬਾਹੂ ਨੇ ਗੁੱਸੇ ਵਿੱਚ ਹੀ ਆ ਕੇ ਜਿਹੜਾ ਪਰਸ਼ੁਰਾਮ ਦਾ ਪਿਓ ਹੈ ਜਮਦਗਨ ਲਿਖੀ ਉਹਨੂੰ ਮਾਰ ਮੁਕਾਇਆ ਸੀ, ਉਹਦਾ ਗਲ ਵੱਢਤਾ ਸੀ। ਤਿਸੀ ਬੈਰ ਕੀਨੇ ਸਭੈ ਭੂਪ ਪਾਤੰ। ਕਹਿੰਦੇ ਉਸੇ ਬੈਰ ਕਰਕੇ ਪਿਓ ਦੇ ਮਾਰਨ ਕਰਕੇ ਜਿੰਨੇ ਧਰਤੀ ਦੇ ਉੱਪਰ ਛਤਰੀ ਰਾਜੇ ਸੀ ਉਹ ਫਿਰ ਪਰਸ਼ੁਰਾਮ ਨੇ ਪਾਤੂ ਕੀਏ ਮਾਰਨਾ ਕੀਤੇ ਸੀ। ਭੁਜੰਗ ਗਈ ਬਾਲ ਤਾਤੇ ਲਿਓ ਸੋਧ ਤਾਕੋ। ਇਹ ਸਵੇਰੇ ਰੇਣਕਾ ਦੇ ਪਤੀ ਜਮਦਗਨ ਰਿਖੀ ਨੂੰ ਮਾਰ ਦਿੱਤਾ ਸੀ। ਸੰਸਰ ਬਾਹੂ ਨੇ ਗਊ ਪਿੱਛੇ ਕਹਿੰਦੇ ਜਿਹੜੀ ਬਾਲ ਇਸਤਰੀ ਹੈ ਭਾਵ ਰੇਣਕਾ ਜਮਦਗਨ ਰਿਖੀ ਦੇ ਘਰ ਵਾਲੀ ਹੈ। ਇਹ ਕਹਿੰਦੇ ਆਪਣਾ ਜਿਹੜਾ ਪੁੱਤਰ ਸੀ ਨਾ ਪਰਸ਼ੁਰਾਮ ਜੋ ਜੰਗਲ ਵਿੱਚ ਤਪ ਕਰਨ ਗਿਆ ਸੀ ਉਹਦੀ ਖਬਰਸਾਰ ਲਈ ਹੈ, ਉਧਰ ਨੂੰ ਗਈ ਇਹ ਰੇਣਕਾ। ਹਨਿਓ ਤਾਤ ਮੇਰੋ ਕਹੋ ਨਾਮ ਵਾਕੋ। ਜਾ ਕੇ ਦੱਸਿਆ ਵੀ ਤੇਰਾ ਪਿਓ ਮਾਰ ਮੁਕਾਇਆ ਰਾਜੇ ਨੇ। ਉਸ ਵੇਲੇ ਫਿਰ ਪਰਸ਼ੁਰਾਮ ਬੋਲਿਆ ਹਨਿਓ ਤਾਤ ਮੇਰੋ, ਹੇ ਮਾਂ ਰੇਣਕਾ ਜਿਸਨੇ ਮੇਰਾ ਪਿਓ ਮਾਰਿਆ ਹੈ ਕਹੋ ਨਾਮ ਵਾਕੋ। ਉਹ ਵਾਕੋ ਕਿ ਉਸ ਰਾਜੇ ਦਾ ਜਿਹੜਾ ਨਾਮ ਮੈਨੂੰ ਕਹੋ ਕਿ ਦੱਸੋ ਮੇਰਾ ਉਹਦਾ ਨਾਮ ਮੈਨੂੰ ਦੱਸ, ਮੇਰਾ ਪਿਓ ਕਿਸਨੇ ਮਾਰਿਆ ਹੈ। ਸਹੰ ਸ਼ਾਸਤਰ ਭੂਪੰ ਸੁਨਿਓ ਸੌਨ ਨਾਮੰ। ਸੰਸਰ ਸਤਰ ਭੂਪੋਂ ਸੁਣਿਓ ਸੌਨ ਨਾਮ। ਉਸ ਵੇਲੇ ਉਹ ਰੇਣਕਾ ਨੇ ਦੱਸਦਾ ਹੈ ਪੁੱਤਰ ਪਰਸ਼ੁਰਾਮ ਉਹ ਰਾਜੇ ਦਾ ਨਾਮ ਹੈ ਸੰਸਰ ਬਾਹੂ। ਜਦੋਂ ਕਹਿੰਦੇ ਕੰਨਾਂ ਦੇ ਵਿੱਚ ਉਹ ਸੰਸਰ ਬਾਹੂ ਆਪਣੇ ਪਿਤਾ ਦਾ ਜਿਹੜਾ ਬੈਰੀ ਉਹਦਾ ਨਾਂ ਸੁਣਿਆ ਏ ਪਰਸ਼ੁਰਾਮ ਨੇ। ਕਹੇ ਸ਼ਾਸਤਰ ਅਸਤਰੰ ਚੱਲਿਓ ਤੌਨ ਠਾਮ। ਉਸੇ ਵੇਲੇ ਸ਼ਾਸਤਰ ਤੇ ਅਸਤਰ ਚੁੱਕ ਲਏ, ਬੜਾ ਭਾਰੀ ਘੋੜਾ ਚੁੱਕ ਲਿਆ ਹੋਰ ਤੀਰ ਚੱਕਰ ਵਗੈਰਾ ਤਰਸੂਲ ਵਗੈਰਾ ਚੁੱਕ ਲਏ ਨੇ ਤੇ ਉਸ ਸਥਾਨ ਨੂੰ ਚੱਲਿਆ ਜਿੱਥੇ ਸੰਸਰ ਬਾਹੂ ਰਹਿੰਦਾ ਹੈ ਸੀ। ਭੁਜੰਗ ਕਹੋ ਰਾਜ ਮੇਰੋ ਹਨਿਓ ਤਾਤ ਕੈਸੇ। ਆ ਜਾ ਕੇ ਕਹਿਣ ਲੱਗਾ ਦੱਸ ਰਾਜੇ ਸੰਸਰ ਬਾਹੂ ਕੈਸੇ ਤੂੰ ਮੇਰੇ ਤਾਤ ਨੂੰ ਪਿਓ ਨੂੰ ਜਮਦਗਨੀ ਨੂੰ ਮਾਰਿਆ, ਕਿਸ ਤਰ੍ਹਾਂ ਮਾਰਿਆ, ਕਿਉਂ ਮਾਰਿਆ ਹੈ। ਅਬੈ ਜੁੱਧ ਜੀਤੋ ਹਨੋ ਤੋ ਹਿਤੈਸੇ। ਕਹਿੰਦੇ ਤੈਨੂੰ ਵੀ ਜੰਗ ਕਰਕੇ ਹੁਣ ਜਿੱਤਾਂਗਾ, ਜਿਵੇਂ ਮੇਰੇ ਪਿਓ ਨੂੰ ਮਾਰਿਆ ਨਾ ਉਵੇਂ ਮੈਂ ਤੈਨੂੰ ਮਾਰਾਂਗਾ। ਭਾਵ ਕਿ ਜਿਵੇਂ ਮੇਰੇ ਪਿਓ ਦਾ ਤੂੰ ਗਲ ਵੱਢਿਆ ਤੇ ਮੈਂ ਵੀ ਤੇਰੇ ਪਿਓ ਦਾ ਤੇਰਾ ਹੁਣ ਗਲ ਵੱਢਾਂਗਾ ਘੋੜੇ ਨਾਲ। ਕਹਾ ਮੂੜ ਬੈਠੋ ਸੋ ਅਸਤਰੰ ਸੰਭਾਰੋ। ਜਾਂਦਿਆਂ ਸਾਰ ਪਰਸ਼ੁਰਾਮ ਨੇ ਕਿਹਾ ਮੂਰਖ ਰਾਜੇ ਕਿਵੇਂ ਬੈਠਾ ਹੈ, ਚੁੱਪ ਚੁਪਾਤਾ ਆਪਣੇ ਸ਼ਾਸਤਰ ਅਸਤਰ ਸੰਭਾਲ। ਚਲੋ ਭਾਜ ਨਾ ਤੋ ਸਭੈ ਸ਼ਾਸਤਰ ਡਾਰੋ। ਇਹ ਤਾਂ ਸ਼ਾਸਤਰ ਜੇ ਛੱਡ ਕੇ ਭੱਜ ਚੱਲ ਭਗੌੜਾ ਹੋ ਜਾ
ਨਹੀਂ ਸ਼ਸਤਰ ਸੰਭਾਲ ਤੇ ਜੰਗ ਲਈ ਤਿਆਰ ਹੋ। ਭੁਜੰਗ ਸੁਨੇ ਬੋਲ ਬੰਕੇ ਭਰਿਓ ਭੂਪ ਕੋਪੰ। ਉਸ ਵੇਲੇ ਪਰਸ਼ੁਰਾਮ ਦੇ ਬੜੇ ਚੂਮੇ ਜੇ ਖੂਮੇ ਜੇ ਬਚਨੇ ਸੁਣੇ ਨੇ ਰਾਜੇ ਨੇ। ਸੁਣ ਕੇ ਬੜੇ ਗੁੱਸੇ ਵਿੱਚ ਭਰ ਗਿਆ ਹੈ ਸਹੰਸਰ ਬਾਹੂ। ਉਠਿਓ ਰਾਜ ਸਰਦੂਲ ਲੈ ਪਾਨ ਧੋਪੰ। ਸਹੰਸਰ ਬਾਹੂ ਕਹਿੰਦੇ ਉਸ ਵੇਲੇ ਉੱਠ ਖੜੋਤਾ ਹੈ ਜਿਹੜਾ ਸ਼ੇਰ ਵਰਗਾ ਸੀ। ਆਪਣੇ ਹੱਥਾਂ ਵਿੱਚ ਧੋਪੋਂ ਕੀ ਸਿੱਧੀ ਤਲਵਾਰ ਲੈ ਕੇ, ਇੱਕ ਤਾਂ ਕੋਈ ਬਿੰਗੀਆਂ ਹੁੰਦੀਆਂ ਨੇ ਤਲਵਾਰਾਂ ਵਿਚਾਲੋਂ ਕੀਤੀਆਂ, ਟੇਪਰ ਜੀਆਂ ਕੀਤੀਆਂ ਹੁੰਦੀਆਂ, ਇੱਕ ਸਿੱਧੀਆਂ ਹੁੰਦੀਆਂ ਜਿਵੇਂ ਕਿਰਚ ਹੁੰਦੀ ਹੈ, ਇਸ ਤਰ੍ਹਾਂ ਦੀ ਉਹ ਥੋੜੀ ਕਿਰਪਾਨ ਹੋਵੇ ਉਹਨੂੰ ਧੋਪ ਕਹਿੰਦੇ। ਕਹਿੰਦੇ ਸਿੱਧੀ ਜਿਹੜੀ ਤਲਵਾਰ ਹੈ ਉਹ ਲੈ ਕੇ ਹੱਥਾਂ ਵਿੱਚ ਇਹ ਫਿਰ ਉੱਠ ਖੜੋਤਾ ਸਹੰਸਰ ਬਾਹੂ। ਹਠਿਓ ਖੇਤ ਖੂਨੀ ਦਿਜੰ ਖੇਤਰ ਹਾਇਓ। ਉਸ ਵੇਲੇ ਆਪਣੇ ਫੌਜ ਨੂੰ ਕਹਿਣ ਲੱਗਿਆ ਉਹ ਹਟਿਓ, ਜਿਹੜਾ ਜੰਗ ਦੇ ਵਿੱਚ ਹਟ ਕਰਨ ਵਾਲੇ ਖੂਨੀ ਜਿਹੜਾ ਬ੍ਰਾਹਮਣ ਹੈ, ਇਹ ਖੂਨ ਕਰਨ ਵਾਲਾ ਪਰਸ਼ੁਰਾਮ ਹੈ, ਇਹਨੂੰ ਆਪਾਂ ਖੇਤਰ ਜੰਗ ਦੇ ਵਿੱਚ ਹਾਇਓ ਕਿ ਨਾਸ਼ ਕਰਨਾ, ਮੈਂ ਇਹਨੂੰ ਮਾਰਨਾ, ਤੁਸੀਂ ਤਿਆਰ ਹੋ ਜਾਓ ਸਾਰੇ। ਚਾਹੇ ਆਜ ਹੀ ਜੁੱਧ ਮੋਸੋ ਮਚਾਇਓ। ਜਿਹੜਾ ਜੀ ਮੇਰੇ ਨਾਲ ਜੰਗ ਯੁੱਧ ਮਚਾਇਆ ਚਾਹੁੰਦਾ ਹੈ, ਜੰਗ ਕਰਿਆ ਚਾਹੁੰਦਾ ਹੈ, ਆਪਣੇ ਸੂਰਵੀਰਾਂ ਨੂੰ ਕਹਿੰਦਾ ਉਹ ਹਟਿਓ ਜੰਗ ਦੇ, ਆ ਜਿਹੜਾ ਖੂਨੀ ਬ੍ਰਾਹਮਣ ਇਹਨੂੰ ਆਪਾਂ ਜੰਗ ਦੇ ਵਿੱਚ ਮਾਰਨਾ ਹੈ, ਇਹ ਤਿਆਰ ਪ੍ਰਤਿਆਰ ਹੋ ਕੇ ਹੋਰ ਆ ਜਾਓ। ਭੁਜੰਗ ਧਏ ਸੂਰ ਸਰਬੰ ਸੁਨੇ ਬੈਨ ਰਾਜੰ। ਇਸ ਵੇਲੇ ਬਹਾਂਸਰ ਬਾਹੂ ਰਾਜੇ ਦੇ ਬਚਨ ਸੁਣੇ ਨੇ, ਜਿੰਨੇ ਸੂਰਵੀਰ ਸਾਰੇ ਦੌੜੇ ਆਏ ਹਨ। ਚੜਿਓ ਕ੍ਰੋਧ ਜੁਦੰ ਸਰਜੇ ਸਰਬ ਸਾਜੰ। ਸਾਰਿਆਂ ਨੂੰ ਕ੍ਰੋਧ ਚੁੜਿਆ ਹੋਇਆ ਜੰਗ ਕਰਨ ਦਾ, ਯੁੱਧ ਵਾਲੇ ਜਿਹੜੇ ਸਾਜੋ ਸਮਾਨ ਹੈ ਸਾਰਿਆਂ ਨੇ ਸਰਜੇ ਕੀਏ ਸਜਾ ਵਜਾ ਲੈ ਸਰੀਰ ਤੇ। ਗਦਾ ਸਹਿਥੀ ਸੂਲ ਸੇਲੰ ਸੰਭਾਰੀ। ਕਿਸੇ ਨੇ ਗਲਾ ਗੁਰਜ, ਕਿਸੇ ਨੇ ਲੋਹੀ ਦੀ ਬਰਸ਼ੀ, ਕਿਸੇ ਨੇ ਸੂਲ ਤਰਸੂਲ, ਕਿਸੇ ਨੇ ਸੇਲਾ ਨੇਜਾ ਸੰਭਾਲ ਲਿਆ। ਚੱਲੇ ਜੁੱਧ ਕਾਜੰ ਵੱਡੇ ਛਤਰ ਧਾਰੀ। ਬੜੇ ਬੜੇ ਛਤਰ ਧਾਰੀ ਹਨ ਸੂਰਵੀਰ, ਉਹ ਯੁੱਧ ਦਾ ਕੰਮ ਕਰਨ ਵਾਸਤੇ, ਯੁੱਧ ਵਾਸਤੇ ਚੱਲ ਪਏ ਹਨ। ਨਰਾਜ ਛੰਦ ਕਿਰਪਾਨ ਪਾਨ ਧਾਰ ਕੇ। ਆਪਣੇ ਹੱਥਾਂ ਵਿੱਚ ਕਿਰਪਾਨਾਂ ਧਾਰਨ ਕਰਕੇ ਚੱਲੇ ਵੀਰ ਪੁਕਾਰ ਕੇ। ਇੰਨੇ ਸਹੰਸਰ ਬਾਹੂ ਦੇ ਬਲੀ ਸੂਰਵੀਰ ਹੈ, ਉਹ ਪੁਕਾਰ ਕਰਦੇ, ਉੱਚੀ ਰੌਲਾ ਪਾਉਂਦੇ, ਲਲਕਾਰੇ ਮਾਰਦੇ ਚੱਲੇ ਹਨ। ਸੋ ਮਾਰ ਮਾਰ ਭਖ ਹੀ। ਮਾਰ ਲੋ ਆ ਪਰਸ਼ੁਰਾਮ ਨੂੰ, ਮਾਰ ਲੋ ਇਹਦੇ ਸਾਥੀਆਂ ਨੂੰ, ਬੋਲੇ ਸਰੋਗ ਸਰੋਣ ਚੱਖ ਹੀ। ਸਮੂਹ ਜਿਹੜੇ ਤੀਰ ਹੈ ਉਹ ਲਹੂ ਕਹਿੰਦੇ ਚੱਖ ਰਹੇ ਆ, ਲਹੂ ਨਾਲ ਲਿਬੜ ਰਹੇ ਹਨ। ਨਰਾਜ ਸੰਜੋਏ ਸਹਿਥੀਨ ਲੈ। ਹਾਂ, ਕਿਸੇ ਨੇ ਸੰਜੋਆ ਪਹਿਨ ਕੇ ਹੱਥਾਂ ਵਿੱਚ ਲੋਹੇ ਦੀਆਂ ਬਰਸ਼ੀਆਂ ਲੈ ਲੀਆਂ। ਚੜੇ ਸੋ ਵੀਰ ਰੋਸ ਕੈ। ਹਾਂ, ਗੁੱਸਾ ਕਰਕੇ ਜਿਹੜੇ ਸੂਰਬੀਰ ਚੜ ਪਏ ਹਨ। ਚਟਾਕ ਚਾਬਕੰ ਉਠੇ। ਹਾਂ, ਚਟਾਕ ਕੇ ਝਟਪਟ ਬੜੇ ਜਿਹੜੇ ਚਾਬਕੇ ਛੋਲੇ ਸੂਰਬੀਰ ਹੈ ਉਹ ਉੱਠ ਖੜੋਤੇ ਹਨ। ਸਹੰਸਰ ਸਾਇਕੰ ਬੁਠੇ। ਹਜ਼ਾਰਾਂ ਜਿਹੜੇ ਤੀਰ ਹੈ ਬਰਸਾਣੇ ਸ਼ੁਰੂ ਕਰ ਦਿੱਤੇ। ਰਸਾਵਲ ਛੰਦ ਭਏ ਏਕ ਠੌਰੇ। ਜਿੰਨੇ ਕਹਿੰਦੇ ਛਤਰੀ ਰਾਜੇ ਸੀ ਸੂਰਬੀਰਾਂ ਸਹਿਤ ਇੱਕ ਜਗ੍ਹਾ ਇਕੱਠਿਆਂ ਹੋ ਗਏ। ਸਭੈ ਸੂਰ ਦੌਰੇ। ਜਿਹੜੇ ਸਾਰੇ ਸੂਰਬੀਰ ਉਹ ਪਰਸ਼ੁਰਾਮ ਉੱਪਰ ਕਦੇ ਦੌੜੇ ਹਨ। ਲਇਓ ਘੇਰ ਰਾਮੰ। ਜਿਹੜਾ ਜਵੰਦਰ ਰਿਖੀ ਦਾ ਪੁੱਤਰ ਪਰਸ਼ੁਰਾਮ ਹੈ ਉਹਨੂੰ ਕਹਿੰਦੇ ਚਾਰ ਸਪੇਰੇ ਤੋਂ ਘੇਰ ਲਿਆ ਇਹਨਾਂ ਛਤਰੀਆਂ ਨੇ। ਘਟਾ ਸੂਰ ਸਿਆਮੰ। ਘੇਰਾ ਪਾਇਆ ਦਿਸਦਾ ਜਿਵੇਂ ਕਹਿੰਦੇ
ਸੂਰਜ ਦੇ ਇਰਦ ਗਿਰਦ ਕਾਲੀਆਂ ਘਟਾਂ ਹੋ ਜਾਣ, ਘੇਰਾ ਪਾ ਲੈਣ। ਰਸਾਵਲ ਛੰਦ ਕਮਾਨੰ ਕੜਕੇ, ਫੇਰ ਕੀ ਹੈ ਜਿਹੜੀਆਂ ਕਮਾਣਾ ਹਨ ਉਹ ਕੜਕੀਆਂ ਹਨ। ਭਏ ਨਾਦ ਬੰਕੇ, ਬੜੇ ਡਰਾਉਣੇ ਆਵਾਜ਼ੇ ਹੋਏ ਹਨ। ਘਟਾ ਜਾਨ ਸਿਆਹੰ, ਜਾਣੀ ਕਹਿੰਦੇ ਕਾਲੀਆਂ ਘਟਾਵਾਂ ਬਲਦਰ ਦੀਆਂ ਆ ਗਈਆਂ ਹਨ। ਚੜਿਓ ਤਿਉ ਸਿਪਾਹੰ, ਇਉਂ ਸੰਸਰ ਬਾਹੂ ਦੀ ਜਿਹੜੀ ਸਿਪਾਹੋਂ ਕੀ ਹੈ ਫੌਜ ਹੈ ਸੈਨਾ ਚੜੀ ਹੈ ਪਰਸਰਾਮ। ਰਸਾਵਲ ਛੰਦ ਭਏ ਨਾਦ ਬੰਕੇ, ਆਸਰੇ ਡਰਾਉਣੇ ਆਵਾਜ਼ੇ ਸ਼ਬਦ ਹੋਏ ਹਨ। ਸੋ ਸੇਲੰ ਤਮੰਕੇ, ਛੇਲਿਆਂ ਦੀ ਨੇਜਿਆਂ ਦੀ ਧਮਕਾਰ ਪੈਣ ਲੱਗੀ ਹੈ। ਗਜਾ ਜੂਹ ਗੱਜੇ, ਹਾਂ ਜੂ ਜਿਹੜੇ ਹਾਥੀਆਂ ਦੇ ਜੱਥੇ ਹਨ, ਸਮੂਹ ਹਾਥੀ ਉਹ ਵੀ ਗੱਜੇ ਹਨ। ਸੁਬੰ ਸੰਜ ਸੱਜੇ, ਹਾਂ ਜਿਹੜੇ ਸੂਰਬੀਰ ਹੈ ਉਹਨਾਂ ਨੇ ਜੂਆਂ ਸਜਾਈਆਂ ਹੋਈਆਂ ਤੇ ਸਜ ਰਹੇ ਹਨ ਚੰਗੀ ਤਰ੍ਹਾਂ। ਰਸਾਵਲ ਛੰਦ ਚਹੂ ਔਰ ਢੂਕੇ, ਬਸ ਪਰਸਰਾਮ ਦੇ ਚਾਰੀ ਤਰਫੀ ਆ ਨੇੜੇ ਟੁਕੇ ਹਨ। ਗਜੰ ਜੂਹ ਝੂਕੇ, ਹਾਥੀ ਜਿੰਨੇ ਸਮੂਹ ਸੀ ਉਹ ਸਾਰੇ ਇਹਦੇ ਤੇ ਰੁਪਏ ਝੋਕ ਦਿੱਤੇ ਹਨ। ਸਰੰਗ ਬਿਊਹ ਛੂਟੇ, ਆ ਬਿਊ ਕਹਿੰਦੇ ਸਮੂਹ ਜਿਹੜੇ ਤੀਰ ਹੈ ਚੱਲੇ ਹਨ। ਰਿਪੰ ਸੀਸ ਫੂਟੇ, ਬੈਰੀਆਂ ਦੇ ਸਿਰ ਫੁੱਟ ਰਹੇ ਹਨ। ਰਸਾਵਲ ਉੱਠੇ ਨਾਦ ਭਾਰੀ, ਸਵੇਰੇ ਜੰਗ ਦੇ ਵਿੱਚ ਬੜੇ ਭਾਰੀ ਆਵਾਜ਼ੇ ਉੱਠੇ ਨੇ। ਰਿਸੇ ਛਤਰ ਧਾਰੀ, ਕਿਉਂਕਿ ਜਿਹੜੇ ਛਤਰ ਧਾਰੀ ਉਹ ਗੁੱਸੇ ਵਿੱਚ ਆਏ ਹੋਏ ਹਨ। ਘਿਰਿਓ ਰਾਮ ਸੈਨੰ, ਪਰਸਰਾਮ ਨੂੰ ਕਹਿੰਦੇ ਸੈਨਾ ਨੇ ਘੇਰਾ ਪਾ ਲਿਆ। ਸਿਵੰ ਜੇਵ ਮੈਨੰ, ਜਿਵੇਂ ਕਹਿੰਦੇ ਸ਼ਿਵ ਜੀ ਨੂੰ ਕਾਮ ਨੇ ਘੇਰਾ ਪਾ ਲਿਆ ਸੀ। ਰਸਾਵਲ ਰਣੰ ਰੰਗ ਰਤੇ, ਸਾਰੇ ਕਹਿੰਦੇ ਜੰਗ ਦੇ ਰੰਗ ਵਿੱਚ ਪ੍ਰੇਮ ਵਿੱਚ ਰਤੇ ਹੋਏ। ਤਰਸੇ ਤੇਜ ਤਤੇ, ਇਸ ਤਰ੍ਹਾਂ ਕਹਿੰਦੇ ਕੋਈ ਤੇਜ ਹੋਏ ਤੱਤੇ ਹੋਏ ਡਰ ਵੀ ਰਹੇ ਹਨ। ਉੱਠੀ ਸੈਨ ਧੂਰੰ, ਜਿਹੜੀ ਫੌਜ ਹੈ ਜਦੋਂ ਚੱਲੀ ਉਹਦੀ ਧੂਰ ਜਿਹੜੀ ਆ ਉੱਠੀ ਹੈ ਤਾਨੂੰ। ਰਹਿਓ ਗੈਣ ਪੂਰੰ, ਇਹ ਧੂਰ ਦੇ ਨਾਲ ਸਾਰਾ ਜਿਹੜਾ ਆਕਾਸ਼ ਹੈ ਭਰ ਰਿਹਾ ਹੈ। ਰਸਾਵਲ ਪਣ ਢੋਲ ਬੱਜੇ, ਹਾਂ ਬਹੁਤੇ ਜਿਹੜੇ ਢੋਲ ਹਨ ਉਹ ਕਹਿੰਦੇ ਵੱਜੇ ਹਨ। ਜਾਂ ਪਣੋ ਢੋਲ ਬੱਜੇ, ਜਿਵੇਂ ਉਹ ਵੱਡਾ ਸਾਰਾ ਜਿਹੜਾ ਢੋਲ ਹੁੰਦਾ ਵੱਡਾ ਨਗਾਰਾ ਉਹਨੂੰ ਪਣੋ ਕਹਿੰਦੇ ਨੇ, ਪਣਵ ਵੀ ਕਹਿ ਦਿੰਦੇ ਨੇ। ਉਹ ਪਣਵ ਵੀ ਤੇ ਹੋਰ ਜਿਹੜੇ ਢੋਲ ਹੈ ਉਹ ਖੜਕੇ ਹਨ ਵੱਜੇ ਹਨ। ਮਹਾਬੀਰ ਗੱਜੇ, ਬੜੇ ਜਿਹੜੇ ਸੂਰਬੀਰ ਹੈ ਗੱਜ ਪੇ ਤੇ ਘਣੇ ਸੀ। ਪਣੋ ਪਾਠ ਕੀਤਾ ਹੋਇਆ ਸ਼ੁੱਧ ਹੈ। ਮਨੋ ਸਿੰਘ ਛੁੱਟੇ, ਮਨੋ ਕਹਿੰਦੇ ਸ਼ੇਰ ਹੀ ਛੁੱਟੇ ਹਨ ਪਿੰਜਰੇ ਚੋਂ। ਇਮੰ ਵੀਰ ਜੁੱਟੇ, ਇਸ ਤਰ੍ਹਾਂ ਸੂਰਬੀਰ ਕਹਿੰਦੇ ਪਰਸਰਾਮ ਉੱਪਰ ਕਹਿੰਦੇ ਜੁੱਟ ਪੈ ਗਏ ਹਨ ਟੁੱਟ ਕੇ। ਰਸਾਵਲ ਕਰੈ ਮਾਰ ਮਾਰੰ, ਮਾਰ ਲੋ ਹੀ ਬੋਲਣਾ ਕਰਦੇ ਹਨ। ਬਕੈ ਬਿਕਰਾਰੰ, ਉਹ ਕਹਿੰਦੇ ਡਰਾਉਣਾ ਭਿਆਨਕੀ ਬੋਲਦੇ ਹਨ। ਗਿਰੇ ਅੰਗ ਭੰਗੰ, ਇਹ ਤਾਂ ਕਹਿੰਦੇ ਜਦੋਂ ਘੋੜੇ ਨਾਲ ਵੱਢਣ ਲੱਗਿਆ ਨਾ ਪਰਸਰਾਮ ਉਹਨਾਂ ਦੇ ਅੰਗ ਭੰਗ ਹੋ ਗਏ, ਅੰਗ ਟੁੱਟ ਕੇ ਤੇ ਉਹ ਡਿੱਗ ਪਏ ਹਨ। ਦਵੰ ਜਾਨ ਦੰਗੰ, ਜਿਵੇਂ ਕਹਿੰਦੇ ਦਗ ਅੱਗ ਹੁੰਦੀ ਹੈ, ਜਿਵੇਂ ਦਾਵਾ ਅਗਨੀ ਹੈ ਜੰਗਲ ਦੀ ਅਗਨੀ ਨਾਲ ਸੜ ਕੇ ਉਹ ਦਰਖਤ ਡਿੱਗਦੇ ਪੱਤੇ ਡਿੱਗਦੇ ਹੈ, ਇਸ ਤਰ੍ਹਾਂ ਡਿੱਗ ਰਹੇ ਅੱਗ ਨਾ ਸੜੇ ਹੋਏ। ਰਸਾਵਲ ਗਏ ਛੂਟ ਅਸਤਰੰ, ਹਾਂ ਇਸ ਤਰ੍ਹਾਂ ਸਭ ਦੇ ਜਿਹੜੇ ਅਸਤਰ ਹੈ ਚੱਕਰ ਹੈ ਤੀਰ ਵਗੈਰਾ ਹੱਥਾਂ ਤੋਂ ਛੁੱਟ ਗਏ। ਭਜੇ ਹੋਏ ਨਿਅਸਤਰੰ, ਕਈ ਤਾਂ ਕਹਿੰਦੇ ਪਰਸਰਾਮ ਤੋਂ ਡਰਦੇ ਹੋਏ
ਸ਼ਾਸਤਰ ਸੁਰਤੇ ਛੱਡ ਕੇ ਸ਼ਾਸਤਰਾਂ ਤੋਂ ਬਿਨਾ ਹੋ ਕੇ ਭੱਜ ਤੁਰੇ ਹੋਏ। ਖਿਲੇ ਸਾਰ ਬਾਜੀ ਸ਼ਾਸਤਰਾਂ ਦੀ ਬਾਜੀ ਮਾਨੋ ਖੇਲੇ ਹਨ। ਤੁਰੇ ਤੁੰਦ ਤਾਜੀ ਜਿਹੜੇ ਤੁੰਦ ਕੀ ਤੇਜ ਤਾਜੀ ਕੇ ਘੋੜੇ ਉਹ ਚੱਲਦੇ ਹਨ। ਰਸਾਵਲ ਭੁਜਾ ਠੋਕ ਵੀਰੰ ਜਿਹੜੇ ਸੂਰਬੀਰ ਬਾਹਾਂ ਨੂੰ ਕੰਡੇ ਠੋਕਰੇ ਬਜਾ ਰਹੇ ਹੈ। ਕਰੇ ਘਾਇ ਤੀਰੰ ਤੀਰਾਂ ਦੇ ਨਾਲ ਘਾਏ ਕੀ ਫੱਟੜ ਕਰਦੇ ਜਾਂ ਤੀਰਾਂ ਦੇ ਘਾਏ ਬਾਰ ਕਰਦੇ। ਨਿਜੇ ਗੱਡ ਗਾਡੇ ਐ ਚੰਗੀ ਤਰ੍ਹਾਂ ਜਿਹੜਾ ਮਜਬੂਰ ਕਰਕੇ ਆਪਣੇ ਨੇਜੇ ਨੂੰ ਗੱਡਦੇ ਹੈ ਤਕੜਾ ਕਰਕੇ। ਮਚੇ ਬੈਰ ਬਾਡੇ ਬੈਰ ਵਧਿਆ ਹੋਇਆ ਤੇ ਬੈਰ ਦੇ ਵਿੱਚ ਮਚੇ ਕੀ ਹੈ ਤੈ ਤਦਾਕਾਰ ਹੋਏ। ਰਸਾਵਲ ਘਣੰ ਘਾਇ ਪੇਲੇ ਬੜੇ ਤਕੜੇ ਹੀ ਕਹਿੰਦੇ ਬਾਰ ਜਾਂ ਫੱਟ ਮਾਰ ਕੇ ਪੇਲੇ ਕੀਏ ਦਬਾਉਂਦੇ ਹਨ। ਮਨੋ ਫਾਗ ਖੇਲੇ ਮਾਨੋ ਕਹਿੰਦੇ ਜੰਗ ਨਹੀਂ ਕਰ ਰਹੇ ਹੋਲੀ ਖੇਲ ਰਹੇ। ਕਰੇ ਬਾਣ ਬਰਖਾ ਆ ਤੀਰਾਂ ਦੀ ਬਾਰਿਸ਼ ਕਰ ਰਹੇ। ਭਏ ਜੀਤ ਕਰਖਾ ਆ ਜਿੱਤ ਦੀ ਕਹਿੰਦੇ ਕਰਖਾ ਖਿੱਚ ਵਾਲੇ ਹੋ ਰਹੇ ਵੀ ਸਾਡੀ ਜਿੱਤ ਹੋਣੀ ਚਾਹੀਦੀ। ਰਸਾਵਲ ਗਿਰੇ ਅੰਤ ਘੂਮੰ ਖੀਰੀ ਕਹਿੰਦੇ ਘੁੰਮਦੇ ਹੋਏ ਛਤਰੀ ਕਹਿੰਦੇ ਡਿੱਗ ਪਏ। ਮਨੋ ਬ੍ਰਿਛ ਝੂਮੰ ਮਾਨੋ ਜਿਵੇਂ ਕਹਿੰਦੇ ਹਨੇਰੀ ਦੇ ਨਾਲ ਝੂਮ ਕੇ ਭੋਟਣੀ ਜੀ ਖਾ ਕੇ ਦਰਖਤ ਡਿੱਗਦੇ ਹੁੰਦੇ ਆ ਡਿੱਗੇ ਨੇ ਛਤਰੀ। ਟੁੱਟੇ ਸ਼ਾਸਤਰ ਅਸਤਰੰ ਜਿਹੜੇ ਸ਼ਾਸਤਰ ਤੇ ਅਸਤਰ ਉਹ ਵੀ ਉਹਨਾਂ ਦੇ ਟੁੱਟ ਫੁੱਟ ਗਏ। ਭਜੇ ਹੋਏ ਨਿਰਅਸਤਰੰ ਬਿਨਾਂ ਸ਼ਾਸਤਰਾਂ ਤੋਂ ਹੋ ਕੇ ਭਜ ਤੁਰੇ ਹੋਏ। ਰਸਾਵਲ ਜਿਤੇ ਸਤਰ ਆਏ ਜਿੰਨੇ ਕਹਿੰਦੇ ਪਰਸ਼ੁਰਾਮ ਨੂੰ ਮਾਰਨ ਲਈ ਬੈਰੀ ਆਏ ਸੀ ਤਿਤੇ ਰਾਮ ਕਾਏ ਉਤਨੇ ਕਹਿੰਦੇ ਪਰਸ਼ੁਰਾਮ ਨੇ ਘੋੜੇ ਨਾਲ ਮਾਰਤੇ। ਚੱਲੇ ਭਾਜ ਸਰਬੰ ਆ ਫੇਰ ਕੀ ਹੈ ਸਾਰੇ ਜਿਹੜੇ ਬਾਕੀ ਸੀ ਉਹ ਭੱਜ ਚੱਲੇ ਐ। ਭਇਓ ਦੂਰ ਗਰਬੰ ਉਹ ਖਤਰੀਆਂ ਛਤਰੀਆਂ ਨੂੰ ਜਿਹੜਾ ਹੰਕਾਰ ਹੋਇਆ ਸੀ ਉਹ ਸਾਰਾ ਹੀ ਦੂਰ ਹੋ ਗਿਆ ਹੈ। ਭੁਜੰਗ ਮਹਾ ਸ਼ਸਤਰ ਧਾਰੇ ਚੱਲਿਓ ਆਪ ਭੂਪੰ ਹਾਂ ਫਿਰ ਰਹਿ ਗਿਆ ਕੱਲਾ ਸਹਸਰ ਬਾਹੂ ਥੋੜੀ ਜੀ ਫੌਜ ਰਹਿ ਗਈ ਹੈ। ਕਹਿੰਦੇ ਫਿਰ ਆਪ ਰਾਜਾ ਜਿਹੜਾ ਨਾ ਸ਼ਸਤਰ ਧਾਰਨ ਕਰਕੇ ਜੰਗ ਵਿੱਚ ਚੱਲਿਆ ਹੈ। ਲਏ ਸਰਬ ਸੈਨਾ ਕੀਏ ਆਪ ਰੂਪੰ ਬਚੀ ਖੁਸ਼ੀ ਸਾਰੀ ਫੌਜ ਲੈ ਲਈਏ ਤੇ ਕੀਏ ਆਪ ਰੂਪੋਂ ਕਹਿੰਦੇ ਆਪ ਰੂਪ ਕੀਤਾ ਆ ਗੁੱਸੇ ਦਾ ਰੂਪ ਹੋ ਕੇ ਚੱਲਿਆ ਹੈ। ਕ੍ਰੋਧ ਦਾ ਰੂਪ ਧਾਰਨ ਕਰਕੇ ਚੱਲਿਆ ਹੈ। ਅਨੰਤ ਅਸਤਰ ਸ਼ੋਰੇ ਭਇਓ ਜੁਧ ਮਾਨੰ ਜਾਂਦਿਆਂ ਸਾਰ ਬਿਆੰਤੀ ਅਸਤਰ ਚਲਾਏ ਹਨ। ਉਹ ਯੁੱਧ ਕਰਨ ਵਾਲਾ ਹੋਇਆ ਯੁੱਧ ਦੇ ਮਾਣ ਵਾਲਾ ਹੋਇਆ। ਪ੍ਰਭਾ ਕਾਲ ਮਾਨੋ ਸਭੈ ਰਸਮ ਭਾਨੰ ਇਹ ਜੰਗ ਯੁੱਧ ਵਿੱਚ ਇਉਂ ਦਿਸ ਰਿਹਾ ਮਾਨੋ ਜਿਵੇਂ ਪ੍ਰਭਾ ਕਾਲ ਮਾਨੋ ਦੁਪਹਿਰ ਦਾ ਸਮਾਂ ਜਿਵੇਂ ਹੋਵੇ ਤੇ ਦੁਪਹਿਰ ਦੇ ਸਮੇਂ ਸੂਰਜ ਦੀਆਂ ਜਿਵੇਂ ਕਿਰਨਾਂ ਹੁੰਦੀਆਂ ਨਾ ਇਸ ਤਰ੍ਹਾਂ ਕਹਿੰਦੇ ਉਹ ਜੰਗ ਯੁੱਧ ਵਿੱਚ ਕਿਰਪਾਨਾਂ ਤੇ ਸ਼ਸਤਰ ਲਿਸ਼ਕਰੇ ਮਾਨੋ ਜਿਵੇਂ ਦੁਪਹਿਰ ਦੇ ਸਮੇਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਉਹ ਅਸਤਰ ਸ਼ਰਸ਼ਰ ਛੱਡੇ ਹੈ। ਉਹ ਸ਼ਸਤਰ ਚੱਕਰ ਲਿਸ਼ਕ ਰਹੇ ਸੂਰਜ ਦੀਆਂ ਕਿਰਨਾਂ ਬਾਗ। ਭੁਜੰਗ ਭੁਜਾ ਠੋਕ ਭੂਪੰ ਕੀਓ ਜੁਧ ਐਸੇ ਸਹਸਰ ਬਾਹੂ ਰਾਜੇ ਨੇ ਆ ਵਹਾਂ ਠੋਕੇ ਐਸਾ ਜੰਗ ਕੀਤਾ ਹੈ। ਮਨੋ ਵੀਰ ਬ੍ਰਿਤ ਰਾਸੁਰੇ ਇੰਦਰ ਜੈਸੇ ਇਸ ਤਰ੍ਹਾਂ ਕਹਿੰਦੇ ਇੰਦਰ ਦੇਵਤਾ ਦਾ ਤੇ ਜਿਹੜਾ ਸੂਰਵੀਰ ਬ੍ਰਿਤਾਸੁਰ ਦੈਨ ਸੀ ਉਹ ਦੋਹਾਂ ਦਾ ਜਿਵੇਂ ਜੰਗ ਹੋਇਆ ਸੀ ਨਾ ਉਹ ਬ੍ਰਿਤਾਸੁਰ ਦਾ ਤੇ ਇੰਦਰ ਦਾ ਇਸ ਤਰ੍ਹਾਂ ਕਹਿੰਦੇ ਜੰਗ ਹੋ ਰਿਹਾ ਪਰਸ਼ੁਰਾਮ ਤੇ ਸਹਸਰ ਬਾਹੂ ਦਾ। ਸਭੈ ਕਾਟ ਰਾਮੰ ਕੀਓ ਬਾਹੀਨੰ ਸਾਰੀਆਂ ਬਾਹਾਂ ਬੂਹਾਂ ਜੀਆਂ ਕੱਟ ਕੇ ਸਹਸਰ ਬਾਹੂ ਨੂੰ ਬਿਨਾ ਬਾਹਾਂ ਤੋਂ ਕਰ ਦਿੱਤਾ ਪਰਸ਼ੁਰਾਮ। ਹਤੀ ਸਰਬ ਸੈਨਾ ਭਇਓ ਗਰਭ ਜਿੰਨੀਏ ਸਹਸਰ ਬਾਹੂ ਦੀ ਫੌਜ ਸੀ ਉਹ ਵੀ ਸਾਰੀ ਮਾਰ ਮੁਕਾਈ ਹੈ
ਉਹ ਇਹਦਾ ਹੰਕਾਰ ਜਾਂ ਨਾਸ ਹੋ ਗਿਆ ਹੈ। ਭੁਜੰਗ ਗਹਿਓ ਰਾਮ ਪਾਣੰ ਕੁਠਾਰੰ ਕਰਾਲੰ। ਫਿਰ ਸੰਸਰ ਬਾਹੂ ਨੂੰ ਮਾਰਨ ਵਾਸਤੇ ਵੀ ਪਰਸਰਾਮ ਨੇ ਭਿਆਨਕ ਜਿਹੜਾ ਘੋੜਾ ਜਿਹਾ ਹੱਥਾਂ ਵਿੱਚ ਫੜ ਲਿਆ ਹੈ। ਕੱਟੀ ਸੁੰਡ ਸੀ ਬਾਹਾ ਰਾਜ ਬਾਹੰ ਵਿਸਾਲੰ। ਪਹਿਲਾਂ ਤਾਂ ਕਹਿੰਦੇ ਰਾਜੇ ਦੀਆਂ ਜਿਹੜੀਆਂ ਮਹਾਨ ਵੱਡੀਆਂ ਵੱਡੀਆਂ ਹਾਥੀ ਵਰਗੀਆਂ ਮਜ਼ਬੂਤ ਬਾਹਾਂ ਸੀ, ਉਹ ਘੋੜੇ ਨਾਲ ਵੱਡੀਆਂ ਟੁਕੀਆਂ ਨੇ। ਭਏ ਅੰਗ ਭੰਗੰ ਕਰੰ ਕਾਲਹੀਣੰ। ਐਸਾ ਸੰਸਰ ਬਾਹੂ ਜੀ ਦੇ ਅੰਗ ਭੰਗ ਹੋ ਗਏ ਹਨ। ਇਹ ਕਰਮ ਕਾਲਹੀਣ, ਇਸ ਤਰ੍ਹਾਂ ਕਹਿੰਦੇ ਨਾਸ ਕਾਲਹੀਣ, ਕਾਲ ਨੇ ਨਾਸ ਕਰ ਦਿੱਤਾ ਇਸ ਨੂੰ। ਭਇਓ ਗਰਭ ਸਰਬੰ ਭਈ ਸੈਨ ਸ਼ੀਨੰ। ਆ ਸਾਰੀ ਕਹਿੰਦਾ ਨਾ ਫੌਜ ਨਾਸ ਹੋ ਗਈ ਹੈ, ਤੇਰਾ ਹੰਕਾਰ ਸਾਰਾ ਚਲਿਆ ਗਿਆ ਹੈ। ਭੁਜੰਗ ਰਹਿਓ ਅੰਤ ਖੇਤੰ ਅਚੇਤੰ ਨਰੇਸ਼ੰ। ਅਖੀਰੀ ਕਹਿੰਦੇ ਜਿਹੜਾ ਸੰਸਰ ਬਾਹੂ ਰਾਜਾ ਉਹ ਵੀ ਮੈਦਾਨੇ ਜੰਗ ਦੇ ਵਿੱਚ ਹੀ ਬੇਹੋਸ਼ ਹੋ ਕੇ ਪਿਆ ਰਿਹਾ ਹੈ। ਭਾਵ ਇਹਦਾ ਵੀ ਅੰਤ ਹੋ ਗਿਆ ਹੈ। ਬਚੇ ਵੀਰ ਜੇਤੇ ਗਏ ਭਾਜ ਦੇਸੰ। ਜਿੰਨੇ ਕੋ ਸੰਸਰ ਬਾਹੂ ਦੇ ਸੂਰਵੀਰ ਬਚੇ ਕੁਛੇ ਸੀ, ਉਹ ਆਪੋ ਆਪਣੇ ਦੇਸ਼ਾਂ ਨੂੰ ਇਲਾਕਿਆਂ ਨੂੰ ਭੱਜ ਗਏ। ਲਈ ਸ਼ੀਨ ਸ਼ਾਨੀ ਕਰੇ ਸ਼ਤਰ ਘਾਤੰ। ਇਸ ਤਰ੍ਹਾਂ ਧਰਤੀ ਜਿਹੜੀ ਪਰਸਰਾਮ ਨੇ ਛਤਰੀਆਂ ਤੋਂ ਖੋਹ ਲਈ ਹੈ, ਸਾਰੇ ਛਤਰੀ ਮਾਰ ਮੁਕਾਏ ਹਨ। ਚਿਰੰਕਾਲ ਪੂਜਾ ਕਰੀ ਲੋਗ ਮਾਤੰ। ਹਾਂ, ਜਿਸ ਕਰਕੇ ਲੋਕਾਂ ਨੇ ਫਿਰ ਬਹੁਤ ਸਮੇਂ ਤੱਕ ਮਾਤਾ ਵਾਂਗ ਜਾਂ ਮਸਤ ਹੋ ਕੇ ਪੂਜਾ ਕੀਤੀ ਹੈ। ਆਹ ਛਤਰੀ ਮਾਰ ਦਿੱਤੇ ਹੈ। ਫਿਰ ਇਹ ਜਿਹੜੇ ਬ੍ਰਾਹਮਣ ਇਹਨਾਂ ਨੂੰ ਰਾਜ ਭਾਗ ਦੇ ਦਿੱਤਾ ਸੀ, ਲੋਕਾਂ ਨੇ ਪੂਜਾ ਕੀਤੀ ਫਿਰ ਪਰਸਰਾਮ ਦੀ। ਇੱਕ ਸ੍ਰੀ ਬਚਿੱਤਰ ਨਾਟਕੇ। ਇਤੀ ਹੋਇਆ ਬਚਿੱਤਰ ਤਰ੍ਹਾਂ ਤਰ੍ਹਾਂ ਦੇ ਨਾਟਕਾਂ ਵਾਲਾ ਪ੍ਰਸੰਗ। ਰਾਜਾ ਸਹੰਸਰ ਬਾਹ ਬੱਧ ਹੈ। ਜਿਵੇਂ ਸੰਸਰ ਬਾਹੂ ਰਾਜਾ ਨਾਸ਼ ਕੀਤਾ। ਸਮਾਪਤ ਮਸਤ। ਉਸ ਪ੍ਰਜੰਗ ਦਾ ਪ੍ਰਸੰਗ ਇੱਥੇ ਸਮਾਪਤ ਹੋਇਆ ਹੈ। ਸ੍ਰੀ ਭਗਵਤੀ ਜੀ ਸਹਾਇ। ਭੁਜੰਗ ਪਰਿਆਤ ਛੰਦ ਲਈ ਛੀਨ ਛਾਉਨੀ ਕਰੇ ਬਿਪ ਭੂਪੰ। ਸ੍ਰੀ ਖਟ ਪੰਗਾਸ ਪਰ ਪਰਮੇਸ਼ਰ ਜੀ ਸਹਾਈ ਹੋਣ। ਭੁਜੰਗ ਪ੍ਰਚੰਦ ਪ੍ਰਿਆ ਨਵੇਂ ਛੰਦ ਦੇ ਵਿੱਚ ਅੱਗੇ ਕਹਿੰਦੇ ਇਸ ਤਰ੍ਹਾਂ ਕਹਿੰਦੇ ਪਰਸਰਾਮ ਨੇ ਸਾਰੀ ਛਤਰੀਆਂ ਤੋਂ ਧਰਤੀ ਖੋਹ ਲਈ ਤੇ ਬ੍ਰਾਹਮਣਾਂ ਨੂੰ ਰਾਜੇ ਬਣਾ ਦਿੱਤਾ। ਹਰੀ ਫੇਰ ਸ਼ਤਰਿਨ ਦਿਜੰ ਜੀਤ ਜੂਪੰ। ਦੋ ਛਤਰੀ ਉਹ ਜਿਹੜੇ ਬੱਚੇ ਜਿਹੜੇ ਸੀ ਨਾ, ਉਹਨਾਂ ਨੂੰ ਮਾਰਦਾ ਨਹੀਂ ਸੀਗਾ, ਤੇ ਬਾਕੀ ਨੌਜਵਾਨਾਂ ਨੂੰ ਬੁੱਢਿਆਂ ਨੂੰ ਢਲਦੀ ਜਵਾਨੀ ਵਾਲਿਆਂ ਨੂੰ ਮਾਰ ਦਿੰਦਾ ਸੀ। ਉਹ ਫਿਰ ਜਿਹੜੇ ਬੱਚੇ ਹੈ ਜਦੋਂ ਵੱਡੇ ਹੋ ਜਾਂਦੇ ਫਿਰ ਇਹਨਾਂ ਤੋਂ ਖੋਹ ਲੈਂਦੇ ਬ੍ਰਾਹਮਣਾਂ ਤੋਂ ਰਾਜ ਭਾਗ। ਹਰੀ ਫੇਰ ਛਤਰਿਨ ਦਿਜਾ ਜੀਤ ਜੂਪੰ। ਕਹਿੰਦੇ ਬ੍ਰਾਹਮਣਾਂ ਨੂੰ ਜਿਵੇਂ ਕੋਈ ਜੂਏ ਵਿੱਚ ਜਿੱਤ ਜਾਂਦਾ ਹੁੰਦਾ ਹੈ ਨਾ, ਉਹ ਕਹਿੰਦੇ ਛਤਰੀਆਂ ਤੋਂ ਛਤਰੀਆਂ ਨੇ ਫੇਰ ਇਹਨਾਂ ਬ੍ਰਾਹਮਣਾਂ ਤੋਂ ਧਰਤੀ ਖੋਹ ਲਈ ਹੈ। ਦਿਜੰ ਆਰਤੰ ਤੀਰ ਰਾਮੰ ਪੁਕਾਰੰ। ਜਿੰਨੇ ਬ੍ਰਾਹਮਣ ਸੀ ਇਕੱਠਿਆ ਹੋ ਕੇ ਪਰਸਰਾਮ ਦੇ ਕੋਲ ਜਾ ਕੇ ਫਰਿਆਦਾਂ ਕਰਨ ਲੱਗੇ ਦੁਖੀ ਹੋ ਕੇ। ਚੱਲਿਓ ਰੋਸ ਸੀ ਰਾਮ ਲੀਨੇ ਕੁਠਾਰੰ। ਉਸੇ ਵੇਲੇ ਗੁੱਸੇ ਦੇ ਵਿੱਚ ਭਰਿਆ ਹੋਇਆ ਪਰਸਰਾਮ ਘੋੜਾ ਲੈ ਕੇ ਫੇਰ ਚੱਲ ਪਿਆ। ਭੁਜੰਗ ਸੁਨਿਓ ਸਰਬ ਭੂਪੰ ਹਠੀ ਰਾਮ ਆਏ। ਸਾਰੇ ਛਤਰੀ ਰਾਜਿਆਂ ਨੇ ਸੁਣਿਆ ਵੀ ਹਠੀਆ ਜਰੀਆ ਪਰਸਰਾਮ ਆ ਗਿਆ ਘੋੜਾ ਲੈ। ਸਬੰ ਜੁਧ ਕੋ ਸ਼ਸਤਰ ਅਸਤਰੰ ਬਨਾਏ। ਇਧਰ ਛਤਰੀਆਂ ਨੇ ਵੀ ਜੰਗ ਕਰਨ ਲਈ ਸਾਰੇ ਅਸਤਰ ਵਸਤਰ ਬਣਾ ਲਏ, ਸਜਾ ਲਏ। ਚੜ੍ਹੈ ਚੌਪ ਕਹਿ ਕਹਿ ਕੀਏ ਜੁਧ ਐਸੇ। ਹਾਂ, ਸਾਰੇ ਛਤਰੀ ਉਤਸ਼ਾਹ ਕਰਕੇ ਚੜ ਪਏ, ਐਸੇ ਜੰਗ ਜੁਧ ਕੀਤਾ ਹੈ। ਮਨੋ ਰਾਮ ਸੋ ਰਾਵਣ ਲੰਕ ਜੈਸੇ। ਜਿਵੇਂ ਕਹਿੰਦੇ ਲੰਕਾ ਦੇ ਵਿੱਚ ਰਾਵਣ ਤੇ ਰਾਮ ਜੀ ਦਾ ਆਪੋ ਵਿੱਚ ਹੀ ਜੰਗ ਜੁਧ ਹੋਇਆ ਸੀ। ਭੁਜੰਗ ਲੱਗੇ ਸ਼ਸਤਰ ਅਸਤਰੰ ਲਖੇ ਰਾਮ ਅੰਗੰ। ਜਦੋਂ ਪਰਸਰਾਮ ਨੇ ਜਾਣਿਆ ਵੀ
ਸ਼ਾਸਤਰ ਤੇ ਅਸਤਰ ਮੇਰੇ ਅੰਗਾਂ ਨੂੰ ਲੱਗੇ ਹਨ। ਗਹੇ ਬਾਣ ਪਾਨ ਕੀਏ ਸਤਰ ਭੰਗੰ। ਉਸੇ ਵੇਲੇ ਹੱਥਾਂ ਵਿੱਚ ਤੀਰ ਫੜ ਲਏ, ਬੈਰੀਆਂ ਨੂੰ ਨਾਸ਼ ਕੀਤਾ ਹੈ। ਭੁਜਾਹੀਨ ਏਕੰ ਸਿਰੰਹੀਨ ਕੇਤੇ। ਕਈਆਂ ਨੂੰ ਕਹਿੰਦੇ ਬਾਹਾਂ ਤੋਂ ਬਿਨਾ ਕਰਤਾ, ਕਈ ਸਿਰ ਤੋਂ ਬਗੈਰ ਕਰਤੇ ਸਿਰ ਵੜ ਦਿੱਤਾ ਹੈ। ਸਭੈ ਮਾਰ ਡਾਰੇ ਗਏ ਵੀਰ ਜੇਤੇ। ਸਾਰੇ ਮਾਰ ਕੇ ਸਿਰ ਦਿੱਤੇ ਜਿੰਨੇ ਛਤਰੀ ਸੂਰਬੀਰ ਗਏ ਸੀ। ਭੁਜੰਗ ਕਰੀ ਛਤਰਹੀਨੰ ਸ਼ਿਤੰ ਕੀਸ ਬਾਰ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਥੋੜੇ ਵਿੱਚ ਹੀ ਮੁਕਾਉਂਦੇ ਆ, ਕਹਿੰਦੇ 21 ਵਾਰ ਜਿਹੜੀ ਇਹ ਛਤਰੀਆਂ ਤੋਂ ਬਗੈਰ ਇਹ ਧਰਤੀ ਇਹਨੇ ਕੀਤੀ ਸੀ, ਪਰ 21 ਵਾਰੀ ਛਤਰੀ ਰਾਜੇ ਛਤਰੀਆਂ ਦੀ ਫੌਜ ਨੂੰ ਮਾਰਿਆ ਸੀ ਇਹ ਪਰਸ਼ੁਰਾਮ ਨੇ। ਹਣੇ ਐਸ ਹੀ ਭੂਪ ਸਰਬੰ ਸੁਧਾਰੰ। ਇਸ ਤਰ੍ਹਾਂ ਕਹਿੰਦੇ ਸਾਰੇ ਰਾਜੇ ਗੁਨਾਹ ਸਵਾਰ ਕੇ 21 ਵਾਰ ਮਾਰੇ ਸੀ। 21 ਵਾਰ ਬ੍ਰਾਹਮਣਾਂ ਨੂੰ ਰਾਜ ਭਾਗ ਦਵਾਇਆ ਸੀ, ਪਰ ਫਿਰ ਜਦੋਂ ਇਹ ਵੱਡੇ ਹੋ ਜਾਂਦੇ ਫਿਰ ਇਹਨਾਂ ਤੋਂ ਖੋਹ ਲੈਂਦੇ ਸਨ। ਕਥਾ ਸਰਬ ਜੋ ਸ਼ੋਰ ਤੇ ਲੈ ਸੁਨਾਉ। ਮਹਾਰਾਜ ਕਹਿੰਦੇ ਜੇ ਸਾਰੀ ਸ਼ੋਰ ਮੁੱਢ ਤੋਂ ਲੈ ਕੇ ਸ਼ੋਰ ਖੋਲ ਕੇ ਜੇ ਮੈਂ ਕਥਾ ਸੁਣਾਵਾਂਗਾ, ਹਿਰਦਾ ਗ੍ਰੰਥ ਕੇ ਬਾਟਵੇ ਤੇ ਡਰਾਉ। ਮੈਂ ਆਪਣੇ ਹਿਰਦੇ ਵਿੱਚ ਵੀ ਗ੍ਰੰਥ ਭਰ ਜਾਏਗਾ, ਜਿਸ ਕਰਕੇ ਗ੍ਰੰਥ ਵਧਣ ਤੋਂ ਮੈਂ ਹਿਰਦੇ ਵਿੱਚ ਡਰਦਾ ਵੀ ਹਾਂ। ਚੌਪਈ ਕਰ ਜਗ ਕੋ ਇਹ ਭਾਂਤ ਅਖਾਰਾ। ਹਾਂ, ਇਸ ਕਰ ਜਗ ਮੋ ਇਹ ਭਾਂਤ ਅਖਾਰਾ। ਇਹੋ ਸੰਸਾਰ ਦੇ ਵਿੱਚ ਜੰਗ ਅਖਾੜਾ ਕਰਕੇ ਨਵਮ ਅਵਤਾਰ ਬਿਸ਼ਨ ਇਮ ਧਾਰਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਇਹ ਵਿਸ਼ਨੂੰ ਭਗਵਾਨ ਨੇ ਨੌਵਾਂ ਜਿਹੜਾ ਅਵਤਾਰ ਹੈ ਪਰਸ਼ੁਰਾਮ ਦਾ ਧਾਰਨ ਕੀਤਾ ਸੀ। ਅਬ ਵਰਨੋ ਦਸਮੋ ਅਵਤਾਰਾ। ਹੁਣ ਜਿਵੇਂ ਵਿਸ਼ਨੂੰ ਭਗਵਾਨ ਨੇ ਇਸ ਸੰਸਾਰ ਦੇ ਵਿੱਚ 10ਵਾਂ ਅਵਤਾਰ ਧਾਰਿਆ ਸੀ, ਉਹ ਕਥਨ ਕਰਦੇ ਹਨ। ਸੰਤ ਜਨਾ ਕਾ ਪ੍ਰਾਨ ਆਧਾਰਾ। ਜਿਹੜਾ 10ਵਾਂ ਅਵਤਾਰ ਵਿਸ਼ਨੂੰ ਦਾ ਹੋਇਆ, ਉਹ ਜਿਹੜੇ ਸ਼ਾਨ ਚਿੱਤ ਵਾਲੇ ਸਾਧੂ ਜਨ ਉਹਨਾਂ ਦਾ ਪ੍ਰਾਣਾਂ ਦਾ ਆਸਰਾ ਸੀ, ਉਹ ਅਸੀਂ ਕਥਨ ਕਰਦੇ ਹਾਂ। ਇਤ ਸ੍ਰੀ ਵਿਚਿਤ੍ਰ ਨਾਟਕੇ ਨਵਮੇ ਅਵਤਾਰ ਕਥਨੰ ਪਰਸ਼ੁਰਾਮ ਅਵਤਾਰ। ਇਤੀ ਹੋਇਆ ਸ੍ਰੀ ਵਿਚਿਤ੍ਰ ਨਾਟਕ ਪ੍ਰਸੰਗ 9ਵਾਂ ਅਵਤਾਰ ਦਾ ਕਥਨ। ਭਾਜੀਓ ਸੀ ਪਰਸ਼ੁਰਾਮ ਅਵਤਾਰ ਜਿਵੇਂ ਹੋਇਆ। ਸਮਾਪਤ ਮਸਤ ਸੋਮਤ ਇੱਥੇ ਸਮਾਪਤ ਹੋਇਆ। ਸੋਮਤ ਚੰਗੀ ਤਰ੍ਹਾਂ ਸਮਾਪਤ ਹੋਇਆ, ਸੰਪੂਰਨ ਹੋਇਆ। ਆ ਪੂਰਾ ਪ੍ਰਸੰਗ ਇੱਥੇ ਹੋਇਆ ਹੈ। ਉਹ ਜਿਵੇਂ ਅੱਗੇ 10ਵਾਂ ਅਵਤਾਰ ਉਹ ਬ੍ਰਹਮਾ ਦਾ ਹੋਇਆ ਸੀ, ਵਿਸ਼ਨੂੰ ਨੇ ਧਾਰਨ ਕੀਤਾ ਸੀ। ਉਹ ਜਿਵੇਂ ਗੁਰੂ ਕਲਗੀਧਰ ਜੀ ਨੇ ਪੁਰਾਣਾਂ ਵਿੱਚੋਂ ਲੁੱਥਾ ਕਰਕੇ ਆਪਣੀ ਦੀਵਾਨ ਬਾਣੀ ਦੁਆਰਾ ਕਥਨ ਕੀਤਾ। ਉਹ ਪ੍ਰਸੰਗ ਸਾਰਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਕਰ ਜਗ ਮੋ ਇਹ ਭਾਂਤ ਅਖਾਰਾ। ਨਵਮ ਅਵਤਾਰ ਬਿਸ਼ਨ ਇਮ ਧਾਰਾ। ਅਬ ਵਰਨੋ ਦਸਮੋ ਅਵਤਾਰਾ। ਸੰਤ ਜਨਾ ਕਾ ਪ੍ਰਾਨ ਆਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे आचित हे पार ब्रह्म अविनाशी अगनाश। हे पूरन हे सर्वमय दुख भंजन गुणसार। हे संगी हे निरंकार। हे निर्गुण सवटे। हे गोविंद हे गुण निधान। जाके सदा विवेक। हे अपरंपर हर हरे। है पी हो बनहार। हे संतां का सदा संग। निदारा आधार।
हे ठाकुर हाँ दसरो मैं निर्गुण गुण नहीं कोय नानक दीजै नाम दान राखो हिय परो आए प्रभ शरणागति कृपा निध दयाल एक अखर हर मन वसत नानक होत निहाल वाहिगुरु नाम जिहाज है चढ़े सो चढ़े पार जो सरदा कर सेवंदे गुरु पारे उतारन हार जो सरदा कर सेवंदे